ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਧਰਮ ਦੇ ਬਾਰੇ ਦੋ ਤਰ੍ਹਾਂ ਦੀ ਵਿਚਾਰ ਚੱਲਦੀ ਹੈ। ਇੱਕ ਵਿਚਾਰਧਾਰਾ ਦੇ ਲੋਕ ਕਹਿੰਦੇ ਨੇ ਕਿ ਧਰਮ ਦੇ ਵਿੱਚ ਤਰਕ ਦਾ ਹੋਣਾ ਬੜਾ ਜ਼ਰੂਰੀ ਹੈ। ਉਹ ਹਰ ਇੱਕ ਖੇਤਰ ਦੇ ਵਿੱਚ ਉਹ ਹਰ ਇੱਕ ਘਟਨਾ ਨੂੰ ਤਰਕ ਦੇ ਨਾਲ ਜੋੜ ਕੇ ਦੇਖਦੇ ਹਨ, ਚਾਹੇ ਕੋਈ ਗੁਰਮਤਿ ਦਾ ਸਿਧਾਂਤ ਹੋਵੇ ਜਾਂ ਫਿਰ ਕੋਈ ਸਾਡੇ ਇਤਿਹਾਸ ਦੀ ਸਾਖੀ ਹੋਵੇ, ਗੁਰੂ ਸਾਹਿਬਾਨ ਦੇ ਜੀਵਨ ਦੀ ਕੋਈ ਅਹਿਮ ਘਟਨਾ ਹੋਵੇ। ਉਹਨਾਂ ਨੂੰ ਹਰ ਇੱਕ ਘਟਨਾ ਦੇ ਵਿੱਚੋਂ ਤਰਕ ਦਿਖਾਈ ਦਿੰਦਾ ਹੈ। ਕੁਝ ਲੋਕ ਤਾਂ ਇੱਥੋਂ ਤੱਕ ਵੀ ਕਹਿੰਦੇ ਹਨ ਕਿ ਗੁਰੂ ਨਾਨਕ ਦੇਵ ਜੀ ਤੋਂ ਵੱਡਾ ਕੋਈ ਤਰਕਸ਼ੀਲ ਹੀ ਨਹੀਂ ਹੋਇਆ ਹੈ। ਪਰ ਦੂਜੇ ਪਾਸੇ ਪੁਰਾਤਨ ਸਮੇਂ ਤੋਂ ਹੀ ਚੱਲੀ ਆ ਰਹੀ ਇੱਕ ਵਿਚਾਰਧਾਰਾ ਹੈ ਜਿਸ ਦੇ ਵਿੱਚ ਸ਼ਰਧਾ ਪ੍ਰਧਾਨ ਹੈ। ਸੋ ਉਹਨਾਂ ਦਾ ਕਹਿਣਾ ਹੈ ਕਿ ਸ਼ਰਧਾ ਤੋਂ ਬਿਨਾਂ ਧਰਮ ਨਹੀਂ ਹੋ ਸਕਦਾ। ਸੋ ਅੱਜ ਆਪਾਂ ਧਰਮ ਅਤੇ ਤਰਕ ਇਹਨਾਂ ਦੋਵਾਂ ਦੇ ਬਾਰੇ ਵਿਚਾਰ ਸਾਂਝੇ ਕਰਾਂਗੇ। ਸਭ ਤੋਂ ਪਹਿਲਾਂ ਤਾਂ ਇਹ ਦੇਖੀਏ ਕਿ ਦੋਵਾਂ ਦੇ ਅਰਥ ਕੀ ਹਨ, ਦੋਵਾਂ ਦੇ ਮਾਇਨੇ ਕੀ ਹਨ। ਗੁਰਬਾਣੀ ਦੇ ਵਿੱਚ ਸ਼ਰਧਾ ਅਤੇ ਤਰਕ ਇਹਨਾਂ ਦੇ ਬਾਰੇ ਮਹਾਰਾਜ ਨੇ ਕੀ ਫਰਮਾਨ ਕੀਤੇ ਨੇ। ਇਸ ਤੋਂ ਬਾਅਦ ਸਾਡੇ ਇਤਿਹਾਸ ਵਿੱਚ ਐਸੇ ਕਿਹੜੇ ਪ੍ਰਮਾਣ ਮਿਲਦੇ ਹਨ ਜਿਹਦੇ ਤੋਂ ਸ਼ਰਧਾ ਅਤੇ ਤਰਕ ਦੋਵਾਂ ਦੇ ਬਾਰੇ ਪਤਾ ਲੱਗ ਸਕੇ, ਕਿਸ ਦੀ ਅਹਿਮੀਅਤ ਜ਼ਿਆਦਾ ਹੈ। ਸੋ ਜਦੋਂ ਅਸੀਂ ਸ਼ਰਧਾ ਦੀ ਗੱਲ ਕਰਦੇ ਹਾਂ ਤਾਂ ਆਮ ਤੌਰ 'ਤੇ ਜਿਹੜੇ ਤਰਕਸ਼ੀਲ ਲੋਕ ਨੇ ਉਹ ਸ਼ਰਧਾ ਦੇ ਅਰਥ ਐਸੇ ਕਰ ਦਿੰਦੇ ਹਨ ਜਿਨ੍ਹਾਂ ਤੋਂ ਲੱਗਦਾ ਕਿ ਜਿਹੜਾ ਸ਼ਰਧਾਲੂ ਮਨੁੱਖ ਹੈ ਉਹ ਅਗਿਆਨੀ ਹੁੰਦਾ ਹੈ, ਉਹਨੂੰ ਕੋਈ ਸੋਝੀ ਨਹੀਂ ਹੁੰਦੀ। ਉਹ ਆਪਣੀ ਸ਼ਰਧਾ ਵਿੱਚ ਆ ਕੇ ਜੋ ਵੀ ਕੰਮ ਕਰਦਾ ਹੈ ਉਹ ਅਗਿਆਨਤਾ ਵਸ ਕਰਦਾ ਹੈ। ਔਰ ਸਭ ਤੋਂ ਵੱਡੀ ਗੱਲ ਇਹ ਕਹੀ ਜਾਂਦੀ ਹੈ ਕਿ ਸ਼ਰਧਾ ਦੇ ਨਾਮ 'ਤੇ ਉਸ ਮਨੁੱਖ ਨੂੰ ਲੁੱਟਿਆ ਜਾਂਦਾ ਹੈ, ਉਸ ਦੀ ਲੁੱਟ ਕੀਤੀ ਜਾਂਦੀ ਹੈ। ਸੋ ਕੀ ਵਾਕਈ ਗੁਰਬਾਣੀ ਦੇ ਵਿੱਚ ਸ਼ਰਧਾ ਨੂੰ ਅਗਿਆਨਤਾ ਦਾ ਧਾਰਨੀ ਆਖਿਆ ਗਿਆ ਹੈ? ਜਦੋਂ ਬਾਣੀ ਦੇ ਵਿੱਚੋਂ ਅਸੀਂ ਉਦਾਹਰਨਾਂ ਲਵਾਂਗੇ, ਸਭ ਤੋਂ ਪਹਿਲਾਂ ਤਾਂ ਇਹ ਦੇਖੋ, ਜਦੋਂ ਇੱਕ ਸਿੱਖ ਰਾਤ ਨੂੰ ਸੌਣ ਦੇ ਸਮੇਂ ਸੋਹਲਾ ਸਾਹਿਬ ਬਾਣੀ ਦਾ ਜਾਪ ਕਰਦਾ ਹੈ ਤੇ ਉਹਦੀਆਂ ਆਖਰੀ ਪੰਕਤੀਆਂ ਵਿੱਚ ਉਹ ਪਰਮਾਤਮਾ ਦੇ ਅੱਗੇ ਕੀ ਬੇਨਤੀ ਕਰਦਾ ਹੈ? ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਹ ਕਉ ਕਰ ਸੰਤਨ ਕੀ ਧੂਰੇ। ਮਨੋਵਿਗਿਆਨੀ ਵੀ ਐਸਾ ਕਹਿੰਦੇ ਨੇ ਕਿ ਮਨੁੱਖ ਜਦੋਂ ਰਾਤ ਨੂੰ ਸੌਂਦਾ ਹੈ, ਸੌਣ ਦੇ ਸਮੇਂ ਦਾ ਜਿਹੜਾ ਅੱਧਾ ਘੰਟਾ ਜਾਂ 1 ਘੰਟੇ ਦਾ ਵਕਤ ਅਸੀਂ ਜਾਗੋ ਮੀਟੀ ਵਿੱਚ ਹੁੰਦੇ ਹਾਂ, ਉਸ ਵਕਤ ਮਨੁੱਖ ਆਪਣੀਆਂ ਅਧੂਰੀਆਂ ਇੱਛਾਵਾਂ ਨੂੰ ਯਾਦ ਕਰਦਾ ਹੈ। ਮੈਨੂੰ ਇਹ ਵੀ ਮਿਲ ਜਾਂਦਾ, ਇਹ ਵੀ ਮਿਲ ਜਾਂਦਾ। ਸੋ ਸੋਹਲਾ ਸਾਹਿਬ ਦਾ ਪਾਠ ਅਸੀਂ ਸੌਣ ਤੋਂ ਪਹਿਲਾਂ ਉਸੇ ਸਮੇਂ ਵਿੱਚ ਕਰਦੇ ਹਾਂ। ਇਹਦੇ ਵਿੱਚ ਮਹਾਰਾਜ ਨੇ ਤਰਕ ਦੀ ਬਜਾਏ ਸ਼ਰਧਾ ਦੀ ਮੰਗ ਕੀਤੀ ਹੈ, ਸ਼ਰਧਾ ਦੇ ਆਧਾਰ 'ਤੇ ਮੰਗ ਕੀਤੀ ਹੈ। ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ। ਹੇ ਪਰਮਾਤਮਾ, ਹੇ ਵਾਹਿਗੁਰੂ, ਹੇ ਅੰਤਰਜਾਮੀ, ਮੇਰੇ ਮਨ ਦੀ ਇਸ ਸ਼ਰਧਾ ਨੂੰ ਪੂਰੀ ਕਰ ਦੇ। ਇਹਦਾ ਭਾਵ ਸ਼ਰਧਾ ਕੋਈ ਅਗਿਆਨਤਾ ਦਾ ਨਾਮ ਨਹੀਂ ਹੈ, ਸ਼ਰਧਾ ਕੋਈ ਲੁੱਟ ਦਾ ਸਾਧਨ ਨਹੀਂ ਹੈ। ਸ਼ਰਧਾ ਤਾਂ ਪ੍ਰੇਮ ਦਾ ਸਾਧਨ ਹੈ। ਸ਼ਰਧਾ ਇੱਕ ਐਸਾ ਸਾਧਨ ਹੈ ਜਿਸ 'ਤੇ ਸਵਾਰ ਹੋ ਕੇ ਜਗਿਆਸੂ ਗੁਰੂ ਨਾਲ ਮਿਲ ਜਾਂਦਾ ਹੈ, ਗੁਰੂ ਨਾਲ ਅਭੇਦ ਹੁੰਦਾ ਹੈ। ਸ਼ਰਧਾ ਤੋਂ ਬਿਨਾਂ ਗੁਰੂ ਨਾਲ ਜੁੜਿਆ ਨਹੀਂ ਜਾ ਸਕਦਾ। ਰਹਿਰਾਸ ਸਾਹਿਬ ਦੀ ਬਾਣੀ 'ਚ ਵੀ ਅਸੀਂ ਰੋਜ਼ਾਨਾ ਪੜ੍ਹਦੇ ਹਾਂ, ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਧਾ ਹਰ ਪਿਆਸ। ਮਹਾਰਾਜ ਨੇ ਤੇ ਸਪਸ਼ਟ ਕਿਹਾ ਹੈ, ਜਿਨ੍ਹਾਂ ਦੇ ਮਨਾਂ ਦੇ ਵਿੱਚ ਪਰਮਾਤਮਾ ਦੇ ਪ੍ਰਤੀ ਸ਼ਰਧਾ ਹੈ, ਉਸ ਨੂੰ ਮਿਲਣ ਦੀ ਤਾਂਘ ਹੈ, ਮਿਲਾਪ ਦੀ ਸ਼ਰਧਾ ਹੈ। ਮਹਾਰਾਜ ਕਹਿੰਦੇ ਨੇ ਉਸ ਦੇ ਸਭ ਤੋਂ ਵੱਡੇ ਭਾਗ ਹਨ, ਉਹ ਵੱਡਿਆਂ ਭਾਗਾਂ ਵਾਲਾ ਮਨੁੱਖ ਹੈ। ਮਹਾਰਾਜ ਕਹਿੰਦੇ ਨੇ, ਸਤਿਗੁਰ ਹੋਏ ਦਇਆਲ ਤਾਂ ਸਰਧਾ ਪੂਰੀ ਹੈ। ਜੇ ਸਤਿਗੁਰੂ ਦਿਆਲੂ ਹੋ ਜਾਵੇ, ਕਿਰਪਾਲੂ ਹੋ ਜਾਏ, ਬਖਸ਼ਿਸ਼ ਕਰ ਦੇਵੇ ਤਾਂ ਸ਼ਰਧਾ ਪੂਰੀ ਕਰਦਾ ਹੈ। ਜਗਿਆਸੂ ਦੀ ਸ਼ਰਧਾ ਪਰਮਾਤਮਾ ਦੇ ਨਾਲ ਮਿਲਣ ਦੀ ਹੁੰਦੀ ਹੈ।
ਸੋ ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਤੋਂ ਸਾਨੂੰ ਹੋਰ ਵੀ ਬਹੁਤ ਸਾਰੀਆਂ ਉਦਾਹਰਨਾਂ ਮਿਲ ਜਾਂਦੀਆਂ ਨੇ, ਜਿੱਥੋਂ ਇਹ ਪਤਾ ਲੱਗਦਾ ਕਿ ਸ਼ਰਧਾ ਕਿਸੇ ਅਗਿਆਨਤਾ ਦਾ ਨਾਮ ਨਹੀਂ ਹੈ। ਸ਼ਰਧਾ ਕੋਈ ਲੁੱਟ ਦਾ ਸਾਧਨ ਨਹੀਂ, ਸ਼ਰਧਾ ਮਿਲਾਪ ਕਰਾਉਣ ਦਾ ਸਾਧਨ ਹੈ, ਸ਼ਰਧਾ ਪ੍ਰੇਮ ਦਾ ਸਾਧਨ ਹੈ। ਸੁਖਮਨੀ ਸਾਹਿਬ ਦੇ ਵਿੱਚ ਵੀ ਆਪ ਜੀ ਨੇ ਪੜ੍ਹਿਆ ਹੋਵੇਗਾ, ਸਾਧ ਜਨਾ ਕੀ ਮਾਂਗੋ ਧੂਰ, ਪਾਰ ਬ੍ਰਹਮ ਮੇਰੀ ਸਰਧਾ ਪੂਰ। ਹੇ ਪਾਰ ਬ੍ਰਹਮ ਪਰਮਾਤਮਾ, ਮੇਰੀ ਇਸ ਸ਼ਰਧਾ ਨੂੰ ਪੂਰਾ ਕਰ ਦੇ ਕਿ ਸਾਧੂ ਜਨਾਂ ਦੀ ਚਰਨਾਂ ਦੀ ਧੂਰ ਬਣ ਜਾਵਾਂ। ਸੋ ਇੱਥੇ ਵੀ ਗੱਲ ਸ਼ਰਧਾ ਦੀ ਕੀਤੀ ਗਈ ਹੈ। ਜਿੱਥੇ ਵੀ ਮਿਲਾਪ ਦੀ ਗੱਲ ਹੋਵੇਗੀ ਉੱਥੇ ਸ਼ਰਧਾ ਦੀ ਹੀ ਗੱਲ ਕੀਤੀ ਜਾਵੇਗੀ। ਫਿਰ ਗੁਰੂ ਸਾਹਿਬ ਬਾਣੀ 'ਚ ਵੀ ਕਹਿੰਦੇ ਨੇ ਕਿ ਭਗਤਾਂ ਨੂੰ ਪਰਮਾਤਮਾ ਮਿਲਿਆ ਹੈ ਤੇ ਸ਼ਰਧਾ ਦੇ ਨਾਲ ਹੀ ਮਿਲਿਆ ਹੈ। ਹਰ ਜਨ ਕਉ ਹਰ ਮਿਲਿਆ, ਹਰ ਸਰਧਾ ਤੇ ਮਿਲਿਆ, ਗੁਰਮੁਖ ਹਰ ਮਿਲਿਆ। ਕਿਤੇ ਵੀ ਨਹੀਂ ਕਿਹਾ ਵੀ ਤਰਕ ਦੇ ਨਾਲ ਪਰਮਾਤਮਾ ਮਿਲ ਗਿਆ ਹੋਵੇ, ਸਵਾਲ ਜਵਾਬ ਕਰਨ ਦੇ ਨਾਲ ਪਰਮਾਤਮਾ ਮਿਲ ਗਿਆ ਹੋਵੇ। ਤਰਕ ਦੀ ਤਾਂ ਆਪਣੀ ਇੱਕ ਸੀਮਾ ਹੈ। ਜੇ ਅਸੀਂ ਤਰਕ ਦੀ ਗੱਲ ਕਰੀਏ, ਭਾਈ ਕਾਹਨ ਸਿੰਘ ਨਾਭਾ ਜੀ ਨੇ ਤਰਕ ਦੇ ਅਰਥ ਕੀਤੇ ਨੇ, ਬੋਲਣਾ, ਸਵਾਲ ਜਵਾਬ ਕਰਨਾ। ਭਾਈ ਕਾਹਨ ਸਿੰਘ ਨਾਭਾ ਇਹ ਵੀ ਕਹਿੰਦੇ ਨੇ ਤਰਕ ਦਾ ਅਰਥ ਹੈ ਹੁਜਤ ਕਰਨਾ ਜਾਂ ਤਿੱਖਾ ਚੁਭਵਾਂ ਸਵਾਲ ਕਰਨਾ। ਐਸਾ ਸਵਾਲ ਜੋ ਕਿਸੇ ਨੂੰ ਚੁਭਦਾ ਹੋਵੇ। ਅਸੀਂ ਆਮ ਤੌਰ 'ਤੇ ਸਾਡੀ ਰਵਾਇਤੀ ਬੋਲੀ ਵਿੱਚੋਂ ਇਹਦੇ ਅਰਥ ਵੇਖ ਸਕਦੇ ਹਾਂ। ਸਾਡੇ ਸਮਾਜ ਦੇ ਵਿੱਚ ਜਦੋਂ ਕੋਈ ਮਨੁੱਖ ਕਿਸੇ ਨੂੰ ਚੁਭਵੀਂ ਗੱਲ ਕਰਦਾ ਹੈ ਜਾਂ ਚੁਭਵਾਂ ਸਵਾਲ ਕਰਦਾ ਹੈ ਤਾਂ ਵੀ ਆਪਾਂ ਕਹਿੰਦੇ ਹਾਂ ਕਿ ਕਿਉਂ ਤਰਕਾਂ ਕਰਦਾ ਹੈ। ਜਦੋਂ ਵੀ ਕੋਈ ਵਿਅਕਤੀ ਗੁਰੂ ਸਾਹਿਬਾਨ ਦੇ ਬਾਰੇ ਕੋਈ ਮਾੜੀ ਸ਼ਬਦਾਵਲੀ ਵਰਤਦਾ ਹੈ, ਕੋਈ ਗਲਤ ਇਰਾਦੇ ਦੇ ਨਾਲ ਸਵਾਲ ਕਰਦਾ ਹੈ, ਤਾਂ ਸਾਡੇ ਪਿੰਡਾਂ ਵਿੱਚ ਆਮ ਹੀ ਸਿੱਖ ਕਹਿੰਦੇ ਹਨ ਕਿ ਤੂੰ ਤਾਂ ਤਰਕ ਕਰਦਾ ਹੈ। ਤਰਕ ਦੇ ਅਰਥ ਉੱਥੇ ਨਕਾਰਾਤਮਕ ਭਾਵਨਾ ਤੋਂ ਲਏ ਜਾਂਦੇ। ਭਗਤ ਨਾਮਦੇਵ ਜੀ ਦਾ ਸ਼ਬਦ ਅਸੀਂ ਪੜ੍ਹਦੇ ਹਾਂ, ਪਹਿਲ ਪੁਰੀਏ ਪੁੰਡਰਕ ਵਨਾ, ਤਾਚੇ ਹੰਸਾ ਸਗਲੇ ਜਨਾ। ਇਸੇ ਹੀ ਸ਼ਬਦ ਵਿੱਚ ਭਗਤ ਜੀ ਕਹਿੰਦੇ ਨੇ ਪਰਮਾਤਮਾ ਦੇ ਨਾਲ ਉਹਨਾਂ ਦਾ ਸੰਵਾਦ ਹੁੰਦਾ ਹੈ। ਤਰਕ ਨਾ ਚਾਹ ਭਰਮੀਆਂ ਚਾ। ਹੇ ਨਾਮਦੇਵ, ਪਰਮਾਤਮਾ ਦੀ ਕਿਸੇ ਕਰਨੀ ਦੇ ਉੱਤੇ ਤਰਕ ਨਾ ਕਰ, ਨਹੀਂ ਤੇ ਭਰਮ ਦੇ ਵਿੱਚ ਪੈ ਜਾਵੇਗਾ। ਤਰਕ ਹਮੇਸ਼ਾ ਮਨੁੱਖ ਨੂੰ ਭਰਮ ਵਾਲੇ ਪਾਸੇ ਲੈ ਕੇ ਜਾਂਦਾ ਹੈ। ਜਿਸ ਮਨੁੱਖ ਦੇ ਮਨ ਵਿੱਚ ਤਰਕ ਹੁੰਦਾ ਹੈ ਉਹ ਗੁਰੂ ਦੇ ਕੋਲ ਆਉਂਦਾ ਜ਼ਰੂਰ ਹੈ, ਪਰ ਉਸ ਦੇ ਮਨ ਵਿੱਚ ਵਿਸ਼ਵਾਸ ਨਹੀਂ ਵੱਜਦਾ। ਤਰਕ ਵਿਸ਼ਵਾਸ ਨੂੰ ਤੋੜਦਾ ਹੈ, ਸ਼ਰਧਾ ਵਿਸ਼ਵਾਸ ਨੂੰ ਜੋੜਦੀ ਹੈ। ਸ਼ਰਧਾ ਤੋਂ ਬਿਨਾਂ ਜੁੜਿਆ ਨਹੀਂ ਜਾ ਸਕਦਾ। ਸ਼ਰਧਾਲੂ ਮਨੁੱਖ ਹੀ ਗੁਰੂ ਦੇ ਦਰ ਤੇ ਪ੍ਰਵਾਨ ਹੁੰਦਾ ਹੈ। ਤਰਕ ਅਤੇ ਸ਼ਰਧਾ ਦੇ ਵਿੱਚ ਬੁਨਿਆਦੀ ਅੰਤਰ ਕੀ ਹੈ? ਸਭ ਤੋਂ ਵੱਡਾ ਅੰਤਰ ਹੈ ਤਰਕ ਬੁੱਧੀ ਦੇ ਆਧਾਰ ਤੇ ਕੀਤੀ ਜਾਂਦੀ ਹੈ ਤੇ ਸ਼ਰਧਾ ਹਿਰਦੇ ਦੇ ਆਧਾਰ ਤੇ ਹੁੰਦੀ ਹੈ। ਕੋਈ ਵੀ ਮਨੁੱਖ ਸ਼ਰਧਾ ਆਪਣੀ ਬੁੱਧੀ ਦੇ ਤਲ ਤੇ ਨਹੀਂ ਕਰ ਸਕਦਾ। ਸ਼ਰਧਾ ਦਿਲ ਤੋਂ ਹੋਵੇਗੀ, ਸ਼ਰਧਾ ਹਿਰਦੇ ਦੀ ਹੁੰਦੀ ਹੈ। ਜੋ ਮਨੁੱਖ ਤਰਕ ਕਰਦਾ ਹੈ ਉਹ ਬੁੱਧੀ ਦੇ ਤਲ ਤੇ ਜਾਂਦਾ ਹੈ। ਉਹ ਮਨੁੱਖੀ ਬੁੱਧੀ ਦੀ ਇੱਕ ਸੀਮਾ ਹੈ, ਇੱਕ ਹੱਦ ਹੈ। ਮਨੁੱਖੀ ਬੁੱਧੀ ਸਭ ਕੁਝ ਸਮਝਣ ਦੇ ਸਮਰੱਥ ਨਹੀਂ ਹੈ। ਇਸ ਦਾ ਸਮਝਣ ਦਾ ਵੀ ਇੱਕ ਪੱਧਰ ਹੈ। ਇੱਕ ਪੱਧਰ ਤੋਂ ਅੱਗੇ ਜਾ ਕੇ ਮਨੁੱਖੀ ਬੁੱਧੀ ਨਹੀਂ ਸਮਝ ਸਕਦੀ, ਪਰ ਹਿਰਦੇ ਦੇ ਵਿੱਚ ਪਰਮਾਤਮਾ ਹੈ। ਗੁਰਬਾਣੀ ਦੇ ਵਿੱਚ ਮਹਾਰਾਜ ਨੇ ਇਹ ਵੀ ਕਿਹਾ, ਪਰਮਾਤਮਾ ਜਦੋਂ ਪ੍ਰਗਟ ਹੋਏਗਾ ਹਿਰਦੇ ਤੋਂ ਹੋਏਗਾ, ਬੁੱਧੀ ਤੋਂ ਨਹੀਂ। ਬੁੱਧੀ ਤੋਂ ਪਰਮਾਤਮਾ ਕਦੀ ਪ੍ਰਗਟ ਨਹੀਂ ਹੁੰਦਾ। ਬੁੱਧੀ ਦੇ ਵਿੱਚੋਂ ਸ਼ੰਕੇ ਪ੍ਰਗਟ ਹੁੰਦੇ ਹਨ, ਬੁੱਧੀ ਦੇ ਵਿੱਚੋਂ ਤਰਕ ਪ੍ਰਗਟ ਹੁੰਦਾ। ਇਹੀ ਤਰਕ ਫਿਰ ਅੱਗੇ ਜਾ ਕੇ ਕੁਤਰਕ ਬਣ ਜਾਂਦਾ ਹੈ। ਤਰਕ ਦਾ ਖਤਰਨਾਕ ਰੂਪ ਕੁਤਰਕ ਹੈ। ਸੋ ਇਸ ਤਰ੍ਹਾਂ ਸਿਧਾਂਤਕ ਪੱਧਰ ਤੇ ਜੇ ਅਸੀਂ ਦੇਖੀਏ ਤੇ ਗੁਰਬਾਣੀ ਦੇ ਵਿੱਚ ਸ਼ਰਧਾ ਦੀ ਹੀ ਮੰਗ ਕੀਤੀ ਗਈ ਹੈ। ਜੇ ਕੋਈ ਪਰਮਾਤਮਾ ਦੇ ਅੱਗੇ ਬੇਨਤੀ ਕੀਤੀ ਗਈ ਹੈ ਉਸ ਦਾ ਆਧਾਰ ਸ਼ਰਧਾ ਬਣੀ ਹੈ, ਤਰਕ ਨਹੀਂ। ਤੇ ਇਤਿਹਾਸ ਵਿੱਚ ਵੀ ਸਾਨੂੰ ਬਹੁਤ ਸਾਰੇ ਪ੍ਰਮਾਣ ਮਿਲ ਜਾਂਦੇ ਹਨ। ਜੇ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਗੱਲ ਕਰਾਂਗੇ ਅਸੀਂ, ਸਭ ਤੋਂ ਵੱਡੀ ਸ਼ਰਧਾ ਗੁਰੂ ਨਾਨਕ ਦੇਵ ਜੀ ਦੇ ਉੱਤੇ ਉਹਨਾਂ ਦੀ ਭੈਣ ਬੇਬੇ ਨਾਨਕੀ ਦੀ ਹੈ।
ਜਦ ਗੁਰੂ ਨਾਨਕ ਦੇਵ ਪਾਤਸ਼ਾਹ ਵੇਈ ਨਦੀ ਦੇ ਵਿੱਚ ਪ੍ਰਵੇਸ਼ ਕੀਤੇ, ਸਾਰਿਆਂ ਨੇ ਆਪੋ ਆਪਣੀ ਬੁੱਧੀ ਦੇ ਨਾਲ ਯਤਨ ਕੀਤੇ ਸਨ। ਕਿਸੇ ਨੇ ਪਾਣੀ ਵਿੱਚੋਂ ਫਰੋਲਿਆ, ਕਿਸੇ ਨੇ ਅੱਗੇ ਜਾ ਕੇ ਦੇਖਿਆ ਕਿਤੇ ਲਾਸ਼ ਨਾ ਤੈਰਦੀ ਹੋਵੇ ਪਾਣੀ ਤੇ, ਪਰ ਕਿਸੇ ਨੂੰ ਵੀ ਗੁਰੂ ਨਾਨਕ ਪਾਤਸ਼ਾਹ ਨਹੀਂ ਮਿਲੇ। ਸਭ ਨੇ ਕਹਿ ਦਿੱਤਾ ਸੀ ਕਿ ਗੁਰੂ ਨਾਨਕ ਡੁੱਬ ਗਿਆ ਹੈ। ਪਰ ਇੱਕ ਸ਼ਰਧਾ ਦਾ ਭਰਿਆ ਹੋਇਆ ਹਿਰਦਾ ਸੀ ਬੇਬੇ ਨਾਨਕੀ, ਜਿਨ੍ਹਾਂ ਦੇ ਮੁਖ ਤੋਂ ਇਹ ਬਚਨ ਨਿਕਲਦੇ ਹਨ ਕਿ ਜਿਹੜਾ ਸੰਸਾਰ ਨੂੰ ਤਾਰਨ ਵਾਸਤੇ ਆਇਆ ਉਹ ਆਪ ਨਹੀਂ ਡੁੱਬ ਸਕਦਾ। ਸ਼ਰਧਾ ਦੇ ਨਾਲ ਭਰਿਆ ਹੋਇਆ ਹਿਰਦਾ ਹੀ ਐਸੇ ਬਚਨ ਕਹਿ ਸਕਦਾ ਹੈ। ਕੁਝ ਹੋਰ ਵੀ ਐਸੀਆਂ ਉਦਾਹਰਨਾਂ ਨੇ। ਕਹਿੰਦੇ ਨੇ ਕਿਸੇ ਨਗਰ ਦੇ ਵਿੱਚ ਬੜੇ ਸਮੇਂ ਤੋਂ ਮੀਂਹ ਨਹੀਂ ਸੀ ਪਿਆ। ਪਿੰਡ ਦੇ ਇੱਕ ਸਾਧੂ ਨੂੰ ਸਾਰੇ ਲੋਕਾਂ ਨੇ ਕਿਹਾ ਕਿ ਤੁਸੀਂ ਪਰਮਾਤਮਾ ਦੇ ਅੱਗੇ ਅਰਦਾਸ ਕਰੋ ਕਿ ਮੀਂਹ ਪੈ ਜਾਵੇ। ਅਰਦਾਸ ਕਰਨ ਦਾ ਇੱਕ ਸਮਾਂ ਰੱਖਿਆ ਗਿਆ ਤੇ ਸਾਰੇ ਪਿੰਡ ਵਾਲੇ ਉਸ ਸਾਧੂ ਦੇ ਕੋਲੇ ਪਹੁੰਚੇ। ਜਿੱਥੇ ਬਾਕੀ ਸਾਰੇ ਲੋਕ ਪਹੁੰਚੇ, ਇੱਕ ਛੋਟੀ ਜਿਹੀ ਉਮਰ ਦਾ ਬੱਚਾ ਵੀ ਪਹੁੰਚਿਆ। ਇਹ ਛੋਟੀ ਜਿਹੀ ਉਮਰ ਦਾ ਬੱਚਾ ਹੱਥ ਵਿੱਚ ਛਤਰੀ ਲੈ ਕੇ ਗਿਆ। ਲੋਕ ਬੜੇ ਹੈਰਾਨ। ਕਿਸੇ ਨੇ ਪੁੱਛਿਆ ਕਿ ਬੇਟਾ, ਇੰਨੀ ਤੇਜ਼ ਧੁੱਪ ਹੈ, ਕੋਈ ਮੀਂਹ ਦਾ ਆਉਣ ਦਾ ਆਸਾਰ ਵੀ ਨਹੀਂ ਹੈ, ਫਿਰ ਵੀ ਤੂੰ ਛਤਰੀ ਚੁੱਕੀ ਹੈ। ਉਸ ਬੱਚੇ ਨੇ ਕਿਹਾ ਕਿ ਹੁਣੇ ਹੀ ਬਾਬਾ ਜੀ ਨੇ ਅਰਦਾਸ ਕਰਨੀ ਹੈ ਤੇ ਮੀਂਹ ਆ ਜਾਵੇਗਾ। ਜਦ ਮੀਂਹ ਆਵੇਗਾ ਤੇ ਫਿਰ ਇਹ ਛਤਰੀ ਕੰਮ ਆਵੇਗੀ। ਉਹ ਜਿਹੜਾ ਸਾਧੂ ਸੀ ਉਸਨੇ ਲੋਕਾਂ ਨੂੰ ਦੱਸਿਆ, ਕਹਿੰਦੇ ਇਹ ਸ਼ਰਧਾ ਹੈ। ਸ਼ਰਧਾ ਦੇ ਵਿੱਚ ਵਿਸ਼ਵਾਸ ਹੁੰਦਾ ਹੈ। ਜਦ ਕੋਈ ਆਪਣੇ ਗੁਰੂ ਦੇ ਕੋਲੇ ਸ਼ਰਧਾ ਲੈ ਕੇ ਜਾਂਦਾ ਹੈ, ਇਹਦਾ ਭਾਵ ਹੈ ਕਿ ਉਹ ਬਹੁਤ ਵੱਡਾ ਭਰੋਸਾ, ਵਿਸ਼ਵਾਸ ਲੈ ਕੇ ਆਪਣੇ ਗੁਰੂ ਕੋਲੇ ਜਾਂਦਾ ਹੈ। ਜਦ ਅਸੀਂ ਅਰਦਾਸ ਗੁਰੂ ਦੇ ਅੱਗੇ ਕਰਦੇ ਹਾਂ, ਜੇ ਮਨ ਵਿੱਚ ਸ਼ਰਧਾ ਹੈ ਤੇ ਉਸ ਅਰਦਾਸ ਵਿੱਚ ਵਿਸ਼ਵਾਸ ਵੀ ਹੋਏਗਾ ਕਿ ਮੈਂ ਇਸ ਆਪਣੇ ਇੱਕ ਗੁਰੂ ਤੋਂ ਬਿਨਾਂ ਕਿਸੇ ਹੋਰ ਤੋਂ ਨਹੀਂ ਮੰਗਣਾ। ਤਰਕ ਮਨੁੱਖ ਦੇ ਅੰਦਰ ਸਵਾਲ ਪੈਦਾ ਕਰੇਗਾ। ਤਰਕਸ਼ੀਲ ਮਨੁੱਖ ਕਦੀ ਭਰੋਸਾ ਨਹੀਂ ਕਰ ਸਕਦਾ। ਤਰਕਸ਼ੀਲ ਦੇ ਮਨ ਵਿੱਚ ਹਮੇਸ਼ਾ ਸ਼ੰਕਾ ਰਹੇਗੀ ਕਿ ਅਰਦਾਸ ਕਰ ਤਾਂ ਦਿੱਤੀ ਹੈ, ਪਤਾ ਨਹੀਂ ਪੂਰੀ ਹੋਵੇਗੀ ਜਾਂ ਨਹੀਂ ਹੋਵੇਗੀ। ਸੋ ਗੁਰੂ ਦੇ ਦਰ ਦੇ ਉੱਤੇ ਹਮੇਸ਼ਾ ਸ਼ਰਧਾ ਪ੍ਰਵਾਨ ਹੁੰਦੀ ਹੈ। ਸ਼ਰਧਾ ਦੇ ਵਿਸ਼ਵਾਸ ਵਿੱਚ ਬੱਝਿਆ ਹੋਇਆ ਹੀ ਕੋਈ ਗੁਰੂ ਤੋਂ ਆਪਣੇ ਆਪ ਨੂੰ ਕੁਰਬਾਨ ਵੀ ਕਰ ਸਕਦਾ ਹੈ। ਤਰਕਸ਼ੀਲ ਮਨੁੱਖ ਕਦੇ ਆਪਣੇ ਆਪ ਨੂੰ ਕੁਰਬਾਨ ਨਹੀਂ ਕਰ ਸਕਦਾ। ਤਰਕਸ਼ੀਲ ਬੰਦੇ ਕਦੇ ਵੀ ਇਤਿਹਾਸ ਦੇ ਵਿੱਚ ਕੁਰਬਾਨੀ ਨਹੀਂ ਕਰ ਸਕਦੇ। ਜਿੰਨੇ ਵੀ ਸਾਡੇ ਸ਼ਹੀਦ ਹੋਏ ਨੇ, ਸਾਰਿਆਂ ਦੀ ਸ਼ਹਾਦਤ ਵਿਸ਼ਵਾਸ ਵਿੱਚੋਂ ਨਿਕਲੀ ਹੈ, ਗੁਰੂ ਦੇ ਪ੍ਰਤੀ ਸ਼ਰਧਾ ਵਿੱਚੋਂ ਨਿਕਲੀ ਹੈ। ਸੋ ਗੁਰੂ ਦੇ ਅੱਗੇ ਆਪਾਂ ਅਰਦਾਸ ਕਰੀਏ, ਗੁਰੂ ਦੇ ਅੱਗੇ ਇਹ ਬੇਨਤੀ ਕਰੀਏ, ਸਤਿਗੁਰੂ ਪਾਤਸ਼ਾਹ ਸਾਡੇ ਮਨਾਂ ਦੇ ਵਿੱਚ ਸ਼ਰਧਾ ਪੈਦਾ ਹੋਵੇ। ਤੇਰੇ ਦਰ ਤੇ ਅਸੀਂ ਜਦੋਂ ਵੀ ਜਾਈਏ ਮਨ ਵਿੱਚ ਸ਼ਰਧਾ ਰੱਖ ਕੇ ਜਾਈਏ। ਸ਼ਰਧਾ ਦੇ ਸਹਿਤ ਕੀਤੀ ਗਈ ਅਰਦਾਸ ਜ਼ਰੂਰ ਗੁਰੂ ਦੇ ਦਰ ਤੇ ਪੂਰੀ ਹੁੰਦੀ ਹੈ। ਇੰਨੀ ਬੇਨਤੀ ਪ੍ਰਵਾਨ ਕਰਨੀ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।